अस्सलाम वालेकुम। कैसे हैं मेरी यूट्यूब फैमिली। उम्मीद करूँगी सब ठीक ठाक होंगे। ਅੱਜ मैं ਤੁਹਾਡੇ ਲਈ ਫਿਰ ਪਿਆਜ਼ਾਂ ਦੀ ਰੈਸਪੀ ਲੈ ਕੇ ਆਈ ਹਾਂ ਕਿ ਇਹਨਾਂ ਨੂੰ ਆਪਾਂ ਫਰਾਈ ਕਿਸ ਤਰੀਕੇ ਨਾਲ ਕਰਨਾ ਹੈ। ਜ਼ਿਆਦਾ ਮਿਕਦਾਰ 'ਚ ਇੱਕ ਮਣ ਤੱਕ ਤੁਸੀਂ ਇਹਨਾਂ ਪਿਆਜ਼ ਨੂੰ ਕਿੱਦਾਂ ਫਰਾਈ ਕਰਕੇ ਰੱਖ ਸਕਦੇ ਹੋ। ਅਗਰ ਤੁਸੀਂ ਸੇਵ ਕਰਨਾ ਚਾਹੁੰਦੇ ਹੋ ਤਾਂ ਪਿਆਜ਼ਾਂ ਨੂੰ ਇਸ ਤਰੀਕੇ ਨਾਲ ਫਰਾਈ ਕਰੋ ਔਰ ਇਹਦਾ ਆਪਣਾ ਕਾਰੋਬਾਰ ਵੀ ਕਰੋ। ਔਰ ਮੈਂ ਕਿਹਾ ਸੀ ਪਿਆਜ਼ ਕੋਈ ਲੈਣਾ ਹੋਵੇ ਤਾਂ ਉਹਨੂੰ ਕਦੀ ਵੀ ਨਾ ਦਿਓ, ਤਾਂ ਇੱਦਾਂ ਦਾ ਪਿਆਜ਼ ਕਦੀ ਵੀ ਨਾ ਦਿਓ। ਕੱਟ ਕੇ ਇੱਕ ਜ਼ਹਿਰ ਕਿਸਮ ਦਾ ਇਹ ਬਣ ਜਾਂਦਾ ਹੈ। ਇਹਨੂੰ ਕਦੀ ਵੀ ਕਿਸੇ ਨੂੰ ਨਾ ਦਿਓ। ਜਿੱਦਾਂ ਦਾ ਤੁਸੀਂ ਖੁਦ ਖਾਂਦੇ ਆ ਨਾ ਉੱਦਾਂ ਦਾ ਹਰ ਕਿਸੇ ਨੂੰ ਪਿਆਜ਼ ਦਿਓ, ਕਿਸੇ ਦੀ ਜ਼ਰੂਰਤ ਪੂਰੀ ਕਰੋ। ਤਾਂ ਅੱਜ ਅਸੀਂ ਆਉਂਦੇ ਹਾਂ ਸਾਰੇ ਪਿਆਜ਼ ਲਏ ਆ, ਇਹਨੂੰ ਅੱਜ ਫਰਾਈ ਕਰਨੇ ਦਾ ਮੈਂ ਦੋ ਤਰੀਕੇ ਤੁਹਾਨੂੰ ਦੱਸੂੰਗੀ ਕਿ ਕਮਰਸ਼ੀਅਲ ਤਰੀਕੇ ਨਾਲ ਕਿਸ ਤਰੀਕੇ ਨਾਲ ਬਾਵਰਚੀ ਬੜੇ ਜਿਹੜੇ ਹੈਗੇ ਆ ਸ਼ੈਫ ਉਹ ਕਿੱਦਾਂ ਫਰਾਈ ਕਰਦੇ ਆ। ਅੱਜ ਬਹੁਤ ਅੱਛੀ ਵੀਡੀਓ ਆ, ਇਨਸ਼ਾਅੱਲਾ ਪੂਰੀ ਦੇਖਿਓ। ਦੋਨੋਂ ਟ੍ਰਿਕ ਬਹੁਤ ਜ਼ਬਰਦਸਤ ਆ ਔਰ ਕੰਮ ਆਉਣ ਵਾਲੀ ਆ। ਖਾਸ ਚੀਜ਼ਾਂ ਮੈਂ ਅੱਜ ਤੁਹਾਨੂੰ ਦੱਸੂੰਗੀ ਇਹਦੇ ਵਿੱਚ ਕਿ ਇਹਨੂੰ ਆਪਾਂ ਕਿੱਦਾਂ ਫਰਾਈ ਕਰਨਾ। ਆ ਉਹੀ ਪਿਆਜ਼ ਆ ਜਿਹੜੇ ਮੈਂ ਉਦੋਂ ਇਹਦੀ ਚੁਟੀਆਂ ਬਣਾਈ ਸੀ, ਗੁੱਤ ਬਣਾ ਕੇ ਮੈਂ ਰੱਖ ਦਿੱਤੇ ਸੀਗੇ। ਫਿਰ ਆਹਿਸਤਾ ਜਦੋਂ ਇਹਨਾਂ ਦੇ ਪੱਤੇ ਖੁਸ਼ਕ ਹੋ ਜਾਂਦੇ ਨਾ ਤਾਂ ਉਹ ਅਲੱਗ ਹੋ ਜਾਂਦੇ ਆ ਔਰ ਫਿਰ ਇਹ ਕਦੀ ਵੀ ਖ਼ਰਾਬ ਨਹੀਂ ਹੁੰਦੇ। ਜਿੰਨੇ ਵੀ ਅਰਸਾ ਮਰਜ਼ੀ ਪਏ ਰਹਿਣ, ਸਾਲ ਸਾਰਾ ਵੀ ਪਏ ਰਹਿਣ ਨਾ, ਇਹ ਪਿਆਜ਼ ਖ਼ਰਾਬ ਨਹੀਂ ਹੁੰਦੇ। ਤਾਂ ਅੱਜ ਆਪਾਂ ਕੱਟੀਏ, ਅੱਜ ਇਹਨੂੰ ਕੱਟਦੇ ਹਾਂ ਕਿ ਕਿਸ ਤਰੀਕੇ ਨਾਲ ਕੱਟਣਾ। ਕਟਿੰਗ ਬੋਰਡ ਲਿਆ ਆ ਤਾਂ ਛੁਰੀਆਂ ਦੋ ਤਰੀਕੇ ਦੀਆਂ, ਦੋਨੋਂ ਤਰੀਕਿਆਂ ਨਾਲ ਜਿੱਦਾਂ ਤੁਹਾਨੂੰ ਸਮਝ ਆਉਂਦੀ ਕੱਟ ਸਕਦੇ ਹੋ। ਹਮੇਸ਼ਾ ਪਿਆਜ਼ ਦਾ ਪਾਰਟ ਨਹੀਂ ਕੱਟਣਾ ਚਾਹੀਦਾ ਔਰ ਕੱਟਣਾ ਤਾਂ ਇੱਧਰੋਂ ਕੱਟਣਾ ਜਿੱਧਰ ਪੱਤੇ ਹੁੰਦੇ ਸਬਜ਼ ਪੱਤੇ, ਤੇ ਇੱਧਰੋਂ ਆਪਾਂ ਥੋੜ੍ਹਾ ਜਿਹਾ ਉੱਤੋਂ ਕੱਟ ਕਰਕੇ ਇਹਨੂੰ ਉਤਾਰ ਦਾਂਗੇ ਔਰ ਇਹਨਾਂ ਨੂੰ ਪਿਆਜ਼ਾਂ ਨੂੰ ਸਾਰਿਆਂ ਨੂੰ ਛੇਲ ਲਵਾਂਗੇ ਔਰ ਇਹਨਾਂ ਦੀ ਜੜ੍ਹ ਵਾਲੀ ਸਾਈਡ ਕਦੀ ਵੀ ਨਹੀਂ ਉਤਾਰਨੀ। ਔਰ ਇਹਨੂੰ ਆਪਾਂ ਅੱਜ ਬਹੁਤ ਸਾਰੇ ਕੱਟਣੇ ਆ ਤਾਂ ਮੈਂ ਸਾਰੇ ਇਹ ਪਿਆਜ਼ ਇੱਦਾਂ ਫਰਾਈ ਕਰਕੇ ਰੱਖ ਲੈਣੇ ਆ, ਫਿਰ ਮੇਰੇ ਲਈ ਆਸਾਨੀਆਂ ਹੋ ਜਾਣੀਆਂ। ਅੱਗੇ ਇੱਦਾਂ ਸ਼ਬਰਾਤਾਂ ਆਉਂਦੀਆਂ ਰਹਿੰਦੀਆਂ ਆ ਤਾਂ ਫਿਰ ਮੇਰਾ ਕੰਮ ਜ਼ਿਆਦਾ ਖਾਣੇ ਪਕਾਉਣੇ ਦਾ ਬਹੁਤ ਆਸਾਨ ਹੋ ਜਾਂਦਾ। ਸਾਰੇ ਪਿਆਜ਼ ਮੈਂ ਛਿੱਲ ਲਏ ਆ। ਤੁਸੀਂ ਚਾਹੋ ਤਾਂ ਇਸ ਛੁਰੀ ਨਾਲ ਹੱਥ ਨਾਲ ਕੱਟ ਲਓ, ਤਾਂ ਚਾਹੋ ਤਾਂ ਇਸ ਛੁਰੀ ਨਾਲ ਤੁਸੀਂ ਕਟਿੰਗ ਬੋਰਡ 'ਤੇ ਕੱਟ ਲਓ, ਤਾਂ ਬਹੁਤ ਅੱਛੇ ਕੱਟ ਹੁੰਦੇ ਆ। ਲੇਕਿਨ ਮੈਂ ਅੱਜ ਇਹ 'ਤੇ ਕਰੂੰਗੀ। ਅੱਜ ਜਿਹੜਾ ਗ੍ਰੇਟਰ ਆ ਪਿਆਜ਼ ਕੱਟਣੇ ਵਾਲਾ ਬਹੁਤ ਅੱਛਾ ਚੋਪਰ ਆ, ਤਾਂ ਇਹਦੇ ਉੱਤੇ ਮੈਂ ਲੱਛੇ ਇਹਦੇ ਨਾ ਸਾਰੇ ਆ ਦੇਖੋ ਹੁਣ ਇੱਦਾਂ ਕਰ ਲੂੰਗੀ। ਪਿਆਜ਼ ਅਸੀਂ ਕੱਟ ਲੈਂਦੇ ਆ ਇੱਦਾਂ ਫਰਾਈ ਕਰਨੇ, ਲੇਕਿਨ ਕਿਤੇ ਮੋਟੇ ਕਿਤੇ ਪਤਲੇ, ਇਸ ਤਰੀਕੇ ਨਾਲ ਨਾ ਪਿਆਜ਼ ਫਿਰ ਫਰਾਈ ਸਹੀ ਨਹੀਂ ਹੁੰਦੇ। ਆਹ ਬਾਟ ਮੈਂ ਹਟਾ ਦਿੱਤਾ ਆ ਦੇਖੋ ਹੁਣ ਸਾਰੇ ਲੱਛੇ ਮੈਂ ਫੜ ਕੇ ਤਾਂ ਇਹਨੂੰ ਹੁਣ ਛੁਰੀ ਨਾਲ ਕੱਟ ਲਾਂਗੇ। ਇਹ ਦੋ ਇੱਦਾਂ ਆਪੇ ਲੰਬੇ ਹੋ ਜਾਣੇ ਆ। ਤਾਂ ਇਸ ਤਰੀਕੇ ਨਾਲ ਪਿਆਜ਼ ਮੈਂ ਕੱਟ ਲੂੰਗੀ। ਤੁਹਾਡੇ ਕੋਲ ਅਗਰ ਇਲੈਕਟ੍ਰਿਕ ਵਾਲੀ ਮਸ਼ੀਨ ਹੈਗੀ ਉਹਦੇ ਵਿੱਚ ਵੀ ਬਹੁਤ ਅੱਛੇ ਲੱਛੇ ਹੋ ਜਾਂਦੇ, ਤਾਂ ਉਹਨੂੰ ਵੀ ਇੱਦਾਂ ਫਿਰ ਵਿੱਚੋਂ ਕੱਟ ਲਿਆ ਕਰੋ ਔਰ ਇੱਦਾਂ ਨਾ ਫੜਿਆ ਕਰੋ। ਇੱਦਾਂ ਥੋੜ੍ਹਾ ਸਿੱਧਾ ਹੱਥ ਕਰਕੇ ਫੜਿਆ ਕਰੋ, ਫਿਰ ਇਹ ਲੱਗਦਾ ਨਹੀਂ ਕਟਰ ਨਹੀਂ ਤਾਂ ਇਹ ਕਟਰ ਬੜਾ ਤੇਜ਼ ਆ ਉਹ ਫਿਰ ਲੱਗਦਾ। ਸਾਰੇ ਪਿਆਜ਼ ਇੱਦਾਂ ਦੇਖੋ ਸਾਰੇ ਕਰ ਲਾਂਗੇ ਔਰ ਦੋ ਤਰੀਕੇ मैं आज ਤੁਹਾਡੇ ਨਾਲ शेयर करूँगी। बहुत अच्छे हैं दोनों तरीके। इंशाल्लाह आपको मेरी ये वीडियो बहुत पसंद आएगी और शायद ही यूट्यूब पे किसी ने ये एक तरीका तो बताया हुआ है, वो तो मैंने सर्च किया था, और दूसरा तरीका जो है वो किसी ने नहीं बताया। तो दूसरा तरीका ज़रूर देखिएगा, बहुत फ़ायदा होने वाला है। बड़े शेफ़ इस तरह बनाते हैं। और आ देखो मैं सारे कट के सारे चॉप कर ले प्याज लच्छियाँ च कट लिया और इन्हों अद्धे करके ਵਿੱਚੋਂ ਕੱਟ ਲਾਂਗੇ। ਆ ਦੇਖੋ ਕੱਟ ਕੇ ਤਾਂ ਫਿਰ ਇਹਨਾਂ ਨੂੰ ਕੀ ਕਰਨਾ, ਮੈਂ ਹੁਣ ਇਹਨਾਂ ਨੂੰ ਹਾਫ ਕਰ ਲੂੰਗੀ। ਹਾਫ ਤਰੀਕੇ ਨਾਲ ਮੈਂ ਤੁਹਾਨੂੰ ਦੱਸੂੰਗੀ। ਔਰ ਅੱਛਾ ਜਦੋਂ ਵੀ ਤੁਸੀਂ ਫਰਾਈ ਕਰਦੇ ਆ ਨਾ ਪਿਆਜ਼ਾਂ ਨੂੰ ਹਿਸਾਬ ਲਾ ਲਿਆ ਕਰੋ ਕਿ ਇੰਨੇ ਕੁ ਪਿਆਜ਼ ਕਿੰਨੇ ਬਣਦੇ ਆ। ਫਿਰ ਜਦੋਂ ਤੁਸੀਂ ਪਕਾਉਂਦੇ ਆ ਨਾ ਉਹਦੇ ਹਿਸਾਬ ਫਿਰ ਨਹੀਂ ਯਾਦ ਰਹਿੰਦਾ ਕਿ ਕਿੰਨੇ ਕਦੀ ਬਹੁਤੇ ਪੈ ਜਾਂਦੇ ਕਦੀ ਥੋੜ੍ਹੇ ਪੈ ਜਾਂਦੇ ਆ ਸਾਲਨ 'ਚ। ਅਤੇ ਇੱਕ ਟਰੇ ਲਈ ਆ ਉਹਦੇ ਵਿੱਚ ਮੈਂ ਅੱਧੇ ਪਿਆਜ਼ ਉਹਦੇ ਵਿੱਚ ਖੁਸ਼ਕ ਕਰਨੇ ਨੂੰ ਰੱਖ ਦੂੰਗੀ। ਇਹਨੂੰ ਧੁੱਪ ਹੈਗੀ ਤੁਹਾਡੇ ਘਰ ਦੇ ਵਿੱਚ ਤਾਂ ਉੱਥੇ ਰੱਖ ਦਿਓ ਟਰੇ ਨੂੰ, ਜਾਂ ਕੱਪੜੇ ਦੇ ਉੱਤੇ ਵਿਛਾ ਕੇ ਸੂਤੀ ਕੱਪੜਾ ਲੈ ਕੇ ਉਹਦੇ 'ਤੇ ਵਿਛਾ ਦਿਓ। ਔਰ ਉਸ ਦਿਨ ਮੈਂ ਵੀਡੀਓ ਲਾਈ ਸੀ ਨਾ, ਮੈਂ ਕਿਹਾ ਸੀ ਮੇਰੇ ਕੋਲ ਕਲਿੱਪ ਮਿਸ ਹੋ ਗਿਆ, ਵਾਕਈ ਮਿਸ ਹੋ ਗਿਆ ਸੀ। ਮੈਂ ਕਿਹਾ ਸੀ ਤੁਹਾਨੂੰ ਡਿਟੇਲ ਨਾਲ ਦੱਸ ਦੂੰਗੀ ਦੂਸਰੀ ਰੈਸਪੀ। ਤਾਂ ਆ ਦੇਖੋ ਮੈਂ ਹੁਣ ਇਹਨੂੰ ਧੁੱਪੇ ਰੱਖ ਦੂੰਗੀ। ਬਾਹਰ ਆ ਗਏ ਸੀ ਆ ਉਹੀ ਟਮਾਟਰ ਆ ਜਿਹੜੇ ਮੈਂ ਹੱਥਾਂ ਨਾਲ ਟਮਾਟਰਾਂ ਦੇ ਬੀਜ ਕੱਢੇ ਸੀ ਔਰ ਗਮਲਿਆਂ 'ਚ ਲਾਏ ਸੀ। ਪਤਾ ਨਹੀਂ ਇਹਦੇ ਪੱਤੇ ਇੱਦਾਂ ਵਾਈਟ ਹੋ ਗਏ ਆ, ਕੋਈ ਇਹਨਾਂ ਨੂੰ ਬਿਮਾਰੀ ਲੱਗ ਗਈ, ਲੇਕਿਨ ਟਮਾਟਰ ਬੜੇ ਲੱਗੇ ਹੋਏ ਆ। ਅਤੇ ਬਾਕੀ ਜਿਹੜੇ ਦੂਸਰੇ ਪਿਆਜ਼ ਆ ਉਹ ਮੈਂ ਧੁੱਪੇ ਰੱਖ ਕੇ ਆ ਗਈ ਹਾਂ। ਇਹਨਾਂ ਦੇ ਵਿੱਚ ਇੰਨਾ ਕੁ ਨਮਕ ਲਾਉਣਾ ਵਾ, ਥੋੜ੍ਹੀ ਜਿਹੀ ਅੱਧੀ ਟੀਸਪੂਨ ਨਾ, ਔਰ ਇਹਨਾਂ ਨੂੰ ਘੁੱਟ ਕੇ ਮਲਣਾ ਨਹੀਂ ਹੋ ਕਿ ਇਹਦਾ ਪਾਣੀ ਨਿਕਲ ਜਾਵੇ। ਬਸ ਇਹਨਾਂ ਨੂੰ ਆਪਾਂ ਮਿਕਸ ਕਰ ਦੇਣਾ ਵਾ ਨਮਕ ਨੂੰ ਚੰਗੇ ਤਰੀਕੇ ਮਿਕਸ ਕਰਕੇ। ਤਾਂ ਫਿਰ ਆਪਾਂ ਕੀ ਕਰਨਾ ਵਾ, ਫਿਰ ਇਹਨੂੰ ਕਿਸ ਤਰੀਕੇ ਨਾਲ ਫਰਾਈ ਕਰਨਾ ਵਾ ਤੁਸੀਂ ਆ ਜਾਓ ਕਟਿੰਗ ਕਰਕੇ ਫਰਿੱਜ ਕੋਈ ਵੀ ਮੈਂ ਨਹੀਂ ਤਰੀਕਾ ਤੁਹਾਨੂੰ ਦੱਸੂੰਗੀ, ਕਿਉਂਕਿ ਜਿਹੜਾ ਅਸੀਂ ਆਪਣੇ ਲਈ ਪਸੰਦ ਨਹੀਂ ਕਰਾਂਗੇ ਤਾਂ ਦੂਸਰਿਆਂ ਲਈ ਵੀ ਨਹੀਂ ਪਸੰਦ ਕਰਾਂਗੇ। ਔਰ ਆਇਲ ਹਮੇਸ਼ਾ ਪਤੀਲੀ ਦੇ ਵਿੱਚ ਇੱਦਾਂ ਰੱਖਿਆ ਕਰੋ, ਗਹਿਰੀ ਪਤੀਲੀ 'ਚ। ਔਰ ਫਰਾਈ ਪੈਨ 'ਚ ਕਦੀ ਵੀ ਨਾ ਰੱਖਿਆ ਕਰੋ, ਕਿਉਂਕਿ ਫਰਾਈ ਪੈਨ 'ਚ ਉਬਲ ਕੇ ਬਾਹਰ ਆਉਣ ਦਾ ਖਤਰਾ ਹੁੰਦਾ ਹੈ ਅਤੇ ਜਲਣ ਦਾ ਖਦਸ਼ਾ ਹੁੰਦਾ ਹੈ। ਹਮੇਸ਼ਾ ਕੋਈ ਗਹਿਰੀ ਜਿਹੀ ਡੂੰਘੀ ਜਿਹੀ ਪਤੀਲੀ ਲੈ ਕੇ ਉਹਦੇ ਵਿੱਚ ਆਇਲ ਰੱਖਿਆ ਕਰੋ। ਔਰ ਆ ਦੇਖੋ ਮੈਂ ਵਿੱਚ ਆਇਲ ਚੰਗੀ ਤਰ੍ਹਾਂ ਗਰਮ ਕਰ ਲੈਣਾ, ਮੈਂ ਇਹਨੂੰ ਠੰਡਾ ਨਹੀਂ ਰੱਖਣਾ। ਔਰ ਤੇਜ਼ ਗਰਮ ਹੋਵੇ ਤਾਂ ਇੱਦਾਂ ਥੋੜ੍ਹਾ ਜਿਹਾ ਚੈੱਕ ਕਰ ਲਓ। ਔਰ ਮੈਂ ਆ ਦੇਖੋ ਹੁਣ ਪਿਆਜ਼ ਪਾਉਂਦੀ ਹਾਂ। ਤਾਂ ਇੱਥੇ ਹੁਣ ਤੁਹਾਨੂੰ ਅੰਦਾਜ਼ਾ ਹੋ ਜਾਣਾ ਕਿ ਜਦੋਂ ਅਸੀਂ ਪਿਆਜ਼ ਪਾਉਂਦੇ ਹਾਂ ਨਾ ਉਹ ਕੁਛ ਜ਼ਿਆਦਾ ਤਾਂ ਫੌਰਨ ਆਇਲ ਉੱਪਰ ਨੂੰ ਆਉਂਦਾ ਆ। ਅਕਸਰ ਇਹ ਨਾ ਅਗਰ ਜ਼ਿਆਦਾ ਹੋ ਜਾਵੇ ਨਾ ਪਿਆਜ਼ ਤਾਂ ਫਿਰ ਇਹ ਉਬਲ ਕੇ ਬਾਹਰ ਵੀ ਆ ਜਾਂਦਾ ਔਰ ਜਲਣੇ ਦਾ ਖਦਸ਼ਾ ਹੁੰਦਾ, ਬਹੁਤ ਜ਼ਿਆਦਾ ਨੁਕਸਾਨ ਹੁੰਦਾ। ਅਤੇ ਇਸ ਲਈ ਗਹਿਰੀ ਪਤੀਲੀ ਦੇ ਵਿੱਚ ਤੁਸੀਂ ਫਰਾਈ ਕਰਿਆ ਕਰੋ। ਆਹ ਰੀਜ਼ਨ ਸੀ ਮੈਂ ਤੁਹਾਨੂੰ ਕਿਹਾ ਸੀ ਕਿ ਫਰਾਈ ਪੈਨ 'ਚ ਨਾ ਕਰੋ, ਪਤੀਲੀ 'ਚ ਕਰਿਆ। ਔਰ ਇਹਦੇ ਵਿੱਚ ਦੇਖੋ ਮੈਂ ਸਾਰੇ ਪਿਆਜ਼ ਪਾ ਦਿੱਤੇ ਆ ਔਰ ਜਿਹੜੇ ਮੇਰੇ ਅੱਧੇ ਸੀ ਅੱਧੇ ਮੈਂ ਥੋੜ੍ਹੇ ਰੱਖ ਕੇ ਆ ਗਈ ਹਾਂ ਧੁੱਪ ਦੇ ਵਿੱਚ ਤਾਂ ਕਿ ਉਹ ਥੋੜ੍ਹੇ ਖੁਸ਼ਕ ਹੋ ਜਾਣ ਔਰ ਉਹਦੀ ਹਵਾ ਫਿਰ ਜਾਵੇ। ਔਰ ਆ ਦੇਖੋ ਹੁਣ ਇਹਨੂੰ ਕੁਛ ਟਾਈਮ ਲੱਗਾ ਆ 8-10 ਮਿੰਟ। ਔਰ ਇਹਨੂੰ ਬਹੁਤ ਤੇਜ਼ ਅੱਗ, ਬਹੁਤ ਲੋ ਅੱਗ ਤਾਂ ਕਰਨੀ ਨਹੀਂ ਹੈ, ਕਿਉਂਕਿ ਅਗਰ ਆਪ ਥੋੜੀ ਅੱਗ ਕਰਾਂਗੇ ਨਾ
लो फ्लेम पे करेंगे ना तो ये प्याज सारा ऑयल जज़ब कर लेते हैं। तेज़ आंच पे ये बिल्कुल प्याज ऑयल जज़ब नहीं करते और हमारा ऑयल बिल्कुल भी कम नहीं होता। ये देखिए अभी इस स्टेज पे आ गए हैं ये तकरीबन। अच्छा, इनको निकालने का होता है कि इनको थोड़े गोल्डन ही निकाल लिया करें, ये बाहर आके भी कुक होते रहते हैं। और ये देखिए ये कुछ इस शेप में आ गए हैं, इस तरीका का इनका कलर आ गया है। अब ये देखिए माशाल्लाह माशाल्लाह से ये कितना अच्छा इनका। और नमक लगाने का मकसद यही था कि इनमें कलर इक्वल आता है, कलर फिर ये कहीं से कच्चे कहीं से पक्के नहीं आते। और देखें इनका कलर कितना अच्छा है। अब इनको मैं बटर पेपर जो मैंने पहले ही ट्रे पे लगा के रख दिया था उसके अंदर डाल दूंगी और डाल के आपको जल्दी जल्दी से इसको अकेला कर दूंगी। अगर हमने इसको अकेला नहीं किया ना तो ये क्रिस्पी नहीं बनेंगे। ये देखिए सारे मैंने अकेला कर दिया है और इसको ट्रे में फैला दिया है और पंखा चला दिया है ताकि ये ठंडे हो जाएं। और फिर बाद में आपको दिखाती हूँ कि इसकी ये कितने क्रिस्पी हमारे प्याज बने। ये देख सकते हैं आप, इतने ज़बरदस्त इस तरीके से, और ऑयल भी नहीं रहता। इसके नीचे अखबार बिछा लें या फिर कोई ऐसे कागज़ वगैरह या बटर पेपर लगा दें तो वो ऑयल सारा जज़ब कर लेता है हमारे प्याज। ये देखें, आप देख सकते हैं कितने ज़बरदस्त बनके तैयार हुए हैं माशाल्लाह माशाल्लाह से। उम्मीद करूँगी आपको ये वीडियो ज़रूर पसंद आएगी। इसमें काफ़ी सारी चीज़ें मैंने आपको बताई हैं। अब दूसरी जो है वो इससे भी ज़बरदस्त है, ये यूट्यूब पे तो किसी ने भी नहीं बताई होगी कि इसको हमने कैसे करना है। ये देखें माशाल्लाह से ये इतने अच्छे हमारे प्याज क्रिस्पी इतने थे कि मैं आपको बता नहीं सकती। अब ये दूसरी रेसिपी मैंने धूप में रख दी थी। अगर आपके पास धूप नहीं है तो पंखे के नीचे ऐसे खुले कपड़े में बिछा के रख दे ताकि जल्दी से खुश्क हो जाए। मकसद ये है कि इसका जो मॉइस्चर होता है ना पानी इसमें प्याज में वो खुश्क हो। अब हम इसको डालेंगे, ये भी इसी तरह तेज़ आंच में ही इसको डालना है, इसको भी ठंडे ऑयल में नहीं डालना। तो इनू भी तेज़ आग दे उत्ते ही इन्हों पकाना है प्याज़ां नूं चंगी तरह। इन्हों ये नहीं कि थोड़ी अग करके इन्हों पकाना वा, इन्हों भी तेज़ आग ते जिद्दां पहले मैं पकाए मैं थोड़े जिहा पानी खुश कर लिया वा। मज़े की गल ये आ इहदे विच कि ये इन्ने कि जल्दी प्याज फ्राई हो जाते हैं और कोई ये कोई रॉकेट साइंस नहीं है कि इनू किद्दां करिए। थोड़ा जिहा तरीका आया, बस सानू तरीका समझ आ गया तो कोई मुश्किल नहीं हो। हुण बहुत सारे यूट्यूबर ला दोगे तो वह अलग गल वा मेरी वीडियो देख के, लेकिन आ वीडियो किसी ने भी शेयर नहीं की। हुण आ देखो, हुण इन्ना क कलर जो आ गया वो मैं थोड़ा जिहा नमक पा दिता ताकि सारे प्याज़ां नूं इक्को जिहा कलर आ जाए और सोहणे जिहे फ्राई हो जाए। तो तुसी चाहो तो पहले भी लगा सकते हैं, लेकिन पहले फिर वही कि पानी इन्होंने छड़ देना सीगा थोड़ा जिहा फ्राई करके। आ देखो हुण थोड़ा जिहा होर इनू तकरीबन 5 या 6 मिनट लगे होने, उन्होंने तकरीबन 9-10 मिनट लग गए थे। इन्ना फर्क आ। तो ज़ाहिर है ऑयल मॉइस्चर नूं खत्म करने लिए कुछ टाइम लैंदा है। आसान होने लग गई सी तो फिर मैं बंद कर दिता सी, दोबारा तो वॉइस ओवर करन डई हाँ। तो मैं कि जल्दी जल्दी करके मैं तुहानूं वीडियो अपलोड करदा। आ देखो हुण सारे मैं इन्हां नूं भी खिलार दूँगी अखबार दे उत्ते, सारे विचों कढ़ लेने आ प्याज कढ़ के इन्हां नूं खिलार लेना। फौरन इन्हां नूं इकट्ठे कदी ना रखिया करो मेरी भैनों, कदी भी इकट्ठे ना रखिया करो, फिर ये सॉफ्ट हो जाते। तो इन्हां नूं इदां सारे अखबार ते खिलार दो। और फिर आ देखो हुण इन्हां दे लच्छे आ आई है ना असल हुण लुक आ सीक्रेट वड्डे शैफां वड्डे शैफ दी रेसिपी आ। अल्लाह दा शुक्र आ उन्होंने मैनूं दित्ती और मैं तुहाडे नाल शेयर की। तुसीं मेरा शुक्रिया अदा करो। तो उम्मीद करूँगी तुहानूं मेरी आ रेसिपी ज़रूर पसंद आई होगी। तो तेज़ अग ते ही करूँगी ना, इहदा ऑयल नहीं आऊगा। माशाल्लाह दोनों दे विच डिफरेंट देख लो किन्ना का। और आ देखो किद्दां दे पतले पतले क्रिस्पी बन के तैयार होए आ। बिरयानी वाले प्याज बिरयानियां ते पा के ईद ते खाओ तो मैनूं याद करियो ज़रूर। इस तरीके नाल बनाओ, बनाऊंगी ना मेरियां भैणां, तो मैनूं कमेंट च ज़रूर दस्सिओ कि तुहानूं मेरी वीडियो किद्दां दी लगी है। तो उम्मीद करूँगी बहुत चंगी लगी होनी है। तो प्यारे प्यारे सोहणे सोहणे कमेंट करके मैनूं ज़रूर दस्सिओ। बहुत सारा अपना ख्याल रखियो, तो दुआवां च याद रखियो। अल्लाह ताला सारे दिल दी मुरादां पूरियां करे, अल्लाह ताला सब नूं परेशानियां दूर करे। आमीन सुम्मा आमीन। अस्सलाम वालेकुम व रहमतुल्लाहि व बरकातुहू।